पवन के नायका, एक छिन दर्श दिखाए जी। जो कि सर पावे नहीं, तो गुण कथन अपार, तो गुण कथन अपार। जो कि सर पावे नहीं, तो गुण कथन अपार। जो कि सर पावे नहीं, तो गुण कथन अपार। जो कि सर पावे नहीं, तो गुण कथन अपार। प्रेम भगत कै कारण, कहो रविदास चमार। प्रेम भगत कै कारण, कहो रविदास चमार। एक छीन दर्श दिखाए जी, एक छीन दर्श दिखाए जी। एक छिन दर्श दिखाए जी, एक छिन दर्श दिखाए जी। सगल पवन के नायका, एक छिन दर्श दिखाए जी। सगल पवन के नायका, एक छिन दर्श दिखाए जी। एक छिन दर्श दिखाए जी, एक छिन दर्श दिखाए जी। हर जुग जुग भगत पाया, गज रखदा राम राज हर नाथ। दोष हर मारिया, प्रहलाद तराया अहंकारी। अरिंद का पिठ दे, नामदेव मुख लाया। जन नानक सार सेविया, अंत ले छड़ाया। जन नानक सार सेविया। ਸ਼ਲੋਕ ਮਹੱਲਾ ਪਹਿਲਾ। ਆਪੇ ਭਾਂਡੇ ਸਾਜਿਆਂ ਨੇ ਆਪੇ ਪੂਰਨ ਦੇ, ਇੱਕ ਨੀ ਦੁੱਧ ਸਮਾਈ ਇੱਕ ਚੁੱਲ੍ਹੇ ਰਹਿਣ ਚੜੈ। ਇੱਕ ਨਿਹਾਲੀ ਪੈ ਸਵਨ ਇੱਕ ਉਪਰ ਰਹਿਣ ਖੜੇ। ਤਿਨਾ ਸਵਾਰੇ ਨਾਨਕਾ, ਜਿਨ ਕੋ ਨਦਰ ਕਰੇ ਮਹੱਲਾ ਦੂਜਾ। ਆਪੇ ਸਾਜੇ ਕਰਿਆ ਆਪ ਜਾਈ ਵੀ ਰੱਖਿਆ, ਤਿਸ ਵਿੱਚ ਜੰਤ ਪਾਏ ਕੈ ਦੇਖਾ ਥਾਪ ਥਾ। ਕਿਸਨੋ ਕਹੀਐ ਨਾਨਕਾ, ਸਭ ਕਿਛ ਆਪੇ ਆਪ ਪੌੜੀ ਵੱਡੀਆਂ ਵਡਿਆਈਆਂ। ਕਿਛ ਕਹਿਣਾ ਕਹਿਣ ਨ ਜਾਏ, ਸੋ ਕਰਤਾ ਕਾਦਰ ਕਰੀਮ ਦੇ ਜੀਆਂ। ਰਿਜਕ ਸਵਾਏ ਦਾਈ ਕਰ ਕਮਾਵਣੇ, ਔਰ ਛੋਟੀ ਤਿਨ ਪਾਏ ਨਾਨਕ ਕੀ ਬਾਰੀ। ਹੋਰ ਦੂਜੀ ਨਾਹੀ ਜਾਏ, ਸੋ ਕਰੇ ਜਿਤ ਸਰ ਜਾਏ। ਰਜਾਏ ਰਜਾਏ ਸੁਧ, ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਪੌੜੀ ਵੱਡੇ ਕੀਆਂ ਵੜਿਆ ਕਿਛ ਕਹਿਣਾ ਕਹਿ ਨਾ ਜਾਏ।
ਸੋ ਕਰਤਾ ਕਾਦਰ ਕਰੀਮ ਦਿਜਿਆਂ ਰਿਜਕ ਸੰਭਾਏ ਸਾਈ ਕਰ ਕਮਾਵਣੀ ਤਰ ਛੋਡੀ ਤਨੈ ਪਾਏ ਨਾਨਕ ਕੀ ਬਹਾਰੀ ਹੋ ਤੁਝੀ ਨਾਹੀ ਜਾਏ ਸੋ ਕਰੇ ਜਿਤ ਸੇ ਰਜਾਏ ਸੋ ਕਰੇ ਜਿਤ ਸੇ ਰਜਾਏ ਸ਼ੁੱਧ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਿਉ ਪਾਵੈ ਤਿਉ ਰਾਖ ਲੈ ਹਮ ਸਰਨ ਪ੍ਰਭ ਆਏ ਰਾਮ ਰਾਜੇ। ਹਮ ਭੂਲ ਵਿਗਾੜ ਦਿਨ ਰਾਤ ਹਰ ਲਾਜ ਰਖਾਏ। ਹਮ ਬਾਰਿਕ ਤੂ ਗੁਰ ਪਿਤਾ ਹੈ ਦੇ ਮਤ ਸਮਝਾਏ। ਜਨ ਨਾਨਕ ਦਾਸ ਹਰ ਕਾਂਡਿਆ ਹਰ ਪੈਜ ਰਖਾਏ। ਜਨ ਨਾਨਕ ਦਾਸ ਹਰ ਕਾਂਡਿਆ ਹਰ ਪੈਜ ਰਖਾਏ। ਮਤ ਸੁਮਤ ਤੇਰਾ ਵਸ ਸੁਆਮੀ ਹਮ ਜੰਤ ਤੂ ਪੁਰਖ ਜੰਤੈਨੀ। ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਉ ਪਹਾਵੈ ਤਿਵੈ ਬੁਲੈਨੀ। ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਪਹਿਲਾ। ਨਾਨਕ ਬਦਰਾ ਮਾਲਕਾ ਭੀਤਰ ਧਰਿਆਣ। ਖੋਟੇ ਖਰੇ ਪਰਖੀਅਨ ਸਾਹਿਬ ਕਾ ਦੀਬਾਨ। ਨਾਨਕ ਬਦਰਾ ਮਾਲਕਾ ਭੀਤਰ ਧਰਿਆ ਆਣ। ਖੋਟੇ ਖਰੇ ਪਰਖੀਅਨ ਸਾਹਿਬ ਕਾ ਦੀਬਾਨ। ਮਹੱਲਾ ਪਹਿਲਾ। ਨਾਵਣ ਚੱਲੇ ਤੀਰਥੀ ਮਨ ਖੋਟਾ ਤਨ ਚੋਰ। ਇੱਕ ਪਾਉ ਲੱਥੀ ਨਾਤਿਆ ਦੋਏ ਪਹਾ ਚੜੀਆ ਸੋ ਹੋਰਾ। ਬਾਹਰ ਧੋਤੀ ਤੂਮੜੀ ਅੰਦਰ ਵੇਸੋ ਨਿਕੋਰਾ। ਸਾਧ ਭਲੇ ਅਣ ਨਾਤਿਆ ਚੋਰ ਸੇ ਚੋਰਾ ਚੋਰ। ਪੌੜੀ ਆਪੇ ਹੁਕਮ ਚਲਾਏ ਦਾ ਜਗ ਧੰਦਾ ਲਾਇਆ। ਇਕ ਆਪੇ ਹੀ ਆਪ ਲੈ ਲਾਏ ਅਨ
ਗੁਰ ਤੇ ਸੁਖ ਪਾਇਆ। ਦਹ ਦਿਸ ਇਹੋ ਮਨ ਧਾਵਦਾ ਗੁਰ ਠਾਕ ਰਹਾਇਆ। ਨਾਵੈ ਨੋ ਸਭ ਲੋਚ ਦੀ ਗੁਰਮਤੀ ਪਾਇਆ। ਧੁਰ ਲਿਖਿਆ ਮੇਟ ਨ ਸਕੀਐ ਜੋ ਹਰ ਲਿਖ ਪਾਇਆ। ਨਾਵੈ ਨੋ ਸਭ ਲੋਚ ਦੀ ਗੁਰਮਤੀ ਪਾਇਆ। ਧੁਰ ਲਿਖਿਆ ਮੇਟ ਨ ਸਕੀਐ ਜੋ ਹਰ ਲਿਖ ਪਾਇਆ। ਸ਼ਲੋਕ ਮਹੱਲਾ ਪਹਿਲਾ। ਨਾਨਕ ਬਦਰਾ ਮਾਲਕਾ ਭੀਤਰ ਧਰਿਆ ਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਕੋਟ ਬ੍ਰਹਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਸ਼ ਵਿੱਚ ਸਬਾਏਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ। ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਅੰਮ੍ਰਿਤ ਵੇਲੇ ਤੋਂ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ 'ਚ ਪਹੁੰਚ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਦੀਦਾਰੇ ਪਰਸਨਾ ਕੀਤੇ ਹਨ। ਔਰ ਅੰਮ੍ਰਿਤਮਈ ਬਾਣੀ ਸ੍ਰੀ ਆਸਾ ਜੀ ਕੀ ਵਾਰ ਹੋਰ ਸ਼ਬਦਾਂ ਦਾ ਰਸ ਭਿੰਨਾ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਗੁਰੂ ਕੇ ਦਰਸ਼ਨ ਦੀਦਾਰੇ ਪਾ ਕੇ ਆਪਣੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜੋ ਲੜੀਵਾਰ ਕਥਾ ਉਪਦੇਸ਼ ਆਪਾਂ ਨੂੰ ਬਖਸ਼ਿਸ਼ ਕਰ ਰਹੇ ਹਨ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੋਹੀ ਰਾਗ ਦੀ ਵਾਰ ਚੱਲ ਰਹੀ ਹੈ। ਸੋਹੀ ਰਾਗ ਦੀ ਵਾਰ ਦਾ 12ਵਾਂ ਸ਼ਲੋਕ ਪ੍ਰਾਰੰਭ ਹੋ ਰਿਹਾ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਪਹਿਲੇ ਸਰੂਪ ਇਹ ਜੀਵਾਂ ਦਾ ਜਿਹੋ ਜਿਹਾ ਕਰਮ ਹੈ ਸੁਭਾਵ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਬਿਆਨ ਕਰ ਰਹੇ ਨੇ। ਮਹੱਲਿਆਂ ਵਿੱਚ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧ ਲਿਆ ਹੁੰਦਾ ਹੈ, ਪੂਰਨ ਸਾਧੂ ਹੁੰਦੇ ਨੇ, ਪੂਰਨ ਪੁਰਖ ਹੁੰਦੇ ਹਨ, ਉਹਨਾਂ ਨੂੰ ਕੋਈ ਹੋਰ ਕਰਮ ਕਰਨ ਦੀ ਲੋੜ ਨਹੀਂ ਪੈਂਦੀ ਹੈ। ਔਰ ਉਹ ਸ੍ਰੇਸ਼ਟ ਪੁਰਸ਼ ਉਹਨਾਂ ਨੂੰ ਹੋਰ ਦੁਨਿਆਵੀ ਕਰਮ ਨਹੀਂ ਕਰਨੇ ਪੈਂਦੇ, ਉਹ ਤੇ ਭਲੇ ਹੋ ਜਾਂਦੇ ਨੇ ਵਾਹਿਗੁਰੂ ਦੇ ਨਾਮ ਦੇ ਆਸਰੇ। ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਦੇ ਅੰਦਰੋਂ ਖੋਟ ਨਹੀਂ ਜਾਂਦੀ, ਮਨਸ਼ਾ ਭੈੜੀ ਲੈ ਕੇ ਜਾਂਦੇ ਹਨ, ਭਾਵੇਂ ਉਹ ਬਾਹਰੀ ਤੌਰ 'ਤੇ ਨਹਾਈ ਜਾਣ, ਬਾਹਰੇ ਜਿੰਨੇ ਮਰਜ਼ੀ ਕਰਮ ਕਰੀ ਜਾਣ, ਉਹਨਾਂ ਦਾ ਮਨ ਜਿਹੜਾ ਉਹ ਸਾਫ਼ ਨਹੀਂ ਹੁੰਦਾ ਹੈ। ਐਸਾ ਭਾਵ ਮਹਾਰਾਜ ਸੱਚੇ ਪਾਤਸ਼ਾਹ ਜੀ ਰੱਖ ਰਹੇ ਹਨ ਇਹਨਾਂ ਸ਼ਲੋਕਾਂ ਵਿੱਚ। ਸੁੰਦਰ ਉਪਦੇਸ਼ ਸਤਿਗੁਰੂ ਜੀ ਜਿਵੇਂ ਆਪਾਂ ਨੂੰ ਬਖਸ਼ਿਸ਼ ਕਰ ਰਹੇ ਹਨ, ਕਲਯੁਗੀ ਜੀਵਾਂ ਨੂੰ ਗੁਰੂ ਕਾ ਪਾਵਨ ਉਪਦੇਸ਼ ਸਰਵਣ ਕਰਕੇ ਲਾਹੇ ਪ੍ਰਾਪਤ ਕਰਨਾ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸ਼ਲੋਕ ਮਹੱਲਾ ਪਹਿਲਾ। ਨਾਨਕ ਬਦਰਾ ਮਾਲਕਾ ਭੀਤਰ ਧਰਿਆਣ। ਮਹਾਰਾਜ ਜੀ ਫਰਮਾਨ ਕਰਦੇ ਹਨ ਕਿ ਬਦਰਾ ਜਿਹੜਾ ਹੁੰਦਾ ਸੀ ਪੁਰਾਣੇ ਸਮਿਆਂ ਵਿੱਚ, ਅੱਜ ਕੱਲ੍ਹ ਨੋਟ ਜਿਹੜੇ ਆ ਉਹ ਕਾਗਜ਼ ਦੇ ਬਣ ਗਏ ਹਨ, ਪਲਾਸਟਿਕ ਦੇ ਬਣਨ ਲੱਗ ਪਏ ਨੇ। ਪਹਿਲਾਂ ਸਿੱਕੇ ਹੀ ਹੁੰਦੇ ਸਨ, ਸਿੱਕੇ ਘੜ ਕੇ ਬਣਾਏ ਜਾਂਦੇ ਸੀ। ਹੁਣ ਵੀ ਆ ਜਿਵੇਂ ਸਿੱਕੇ ਨੇ, ਸੋ ਇਸ ਤਰੀਕੇ ਦੇ ਨਾਲ ਕਈ ਦੇਸ਼ਾਂ ਵਿੱਚ ਅਜੇ ਵੀ ਸਿੱਕੇ ਹਨ। 1 ਦਾ ਰੁਪਈਆ, ਗਿਲਟ ਦਾ, ਚਾਂਦੀ ਦਾ, 2 ਦਾ। ਸੋ ਇਸ ਤਰੀਕੇ ਨਾਲ ਛੋਟੇ ਪੈਸੇ ਵੀ ਹਨ। ਉਸ ਤਰ੍ਹਾਂ ਦੇ ਸਿੱਕੇ ਹੁੰਦੇ ਸਨ ਤੇ ਵੱਡੇ ਮੋਹਰਾਂ ਹੁੰਦੀਆਂ ਸਨ। ਜਿਵੇਂ ਵੱਡੇ ਨੋਟ ਹੁੰਦੇ ਆ ਛੋਟਿਆਂ, ਉਹ ਮੋਹਰਾਂ ਹੁੰਦੀਆਂ ਸਨ ਸੋਨੇ ਚਾਂਦੀ ਦੀਆਂ। ਉਹ ਲੋਕ ਉਹਨਾਂ ਨੂੰ ਜਦੋਂ ਪਾ ਕੇ ਲਿਜਾਂਦੇ ਸੀ, ਹੁਣ ਤਾਂ ਬਟੂਏ ਆ ਗਏ, ਬਟੂਆਂ ਦੇ ਵਿੱਚ ਰੱਖ ਲੈਂਦੇ। ਬਟੂਆਂ ਦਾ ਕੰਮ ਵੀ ਨਹੀਂ ਰਹਿ ਗਿਆ, ਹੁਣ ਤਾਂ ਕਾਰਡ ਬਣ ਗਏ। ਸਭ ਕੁਝ ਇਹਨਾਂ ਦੇ ਵਿੱਚ ਹੀ ਚੱਲੀ ਜਾਂਦਾ ਹੈ, ਲੈਣ ਦੇਣ ਹੋ ਹੀ ਜਾਂਦਾ ਹੈ। ਸੋ ਮਹਾਰਾਜ ਸੱਚੇ ਪਾਤਸ਼ਾਹ ਜੀ ਦ੍ਰਿਸ਼ਟਾਂਤ ਦਿੰਦੇ ਨੇ ਪਹਿਲਾਂ ਉਸ ਵੇਲੇ ਦਾ। ਨਾਨਕ ਬਦਰਾ ਮਾਲਕਾ ਭੀਤਰ ਧਰਿਆਣ। ਇਹ ਮਾਲ ਦਾ ਬਦਰਾ ਹੁੰਦਾ ਸੀ। 500 ਰੁਪਈਏ ਦੀ ਇੱਕ ਥੈਲੀ ਹੁੰਦੀ ਸੀ, ਜਿਹਦੇ ਵਿੱਚ 500 ਸਿੱਕਾ ਪਾ ਕੇ ਲਿਜਾਂਦੇ ਸੀ। ਬਾਦਸ਼ਾਹਾਂ ਦਾ ਖਜ਼ਾਨਾ ਜਾਂਦਾ ਹੁੰਦਾ ਸੀ, ਗੱਡੇ ਲੱਦੇ ਹੋਏ, ਊਠ ਲੱਦੇ ਹੋਏ ਧਨ ਦੇ। ਉਹ ਥੈਲੀਆਂ ਹੁੰਦੀਆਂ ਸੀ ਵੱਖੋ ਵੱਖਰੀਆਂ। ਵਾਰ-ਵਾਰ ਨਾ ਲੈਣ ਦੇਣ ਵੇਲੇ, ਸੋ ਇਸ ਤਰੀਕੇ ਨਾਲ ਵਾਰ-ਵਾਰ ਨਾ ਗਿਣਨਾ ਪਵੇ, ਇੱਕ ਕਰਕੇ ਬੜਾ ਮੁਸ਼ਕਲ ਵਾਲਾ ਕੰਮ ਹੁੰਦਾ ਸੀ, ਟਾਈਮ ਲੱਗਦਾ ਸੀ। 500 ਦੀ ਇੱਕ ਥੈਲੀ ਭਰ ਕੇ ਰੱਖੀ ਹੁੰਦੀ ਸੀ, ਵੱਖੋ ਵੱਖਰੀਆਂ। 500 ਦੀ ਇੱਕ ਥੈਲੀ, 1000 ਦਾ ਤੋੜਾ ਹੁੰਦਾ ਸੀ, ਤੋੜੇ 'ਚ 1000 ਪਾਇਆ ਪੈਂਦਾ ਸੀ। ਇੱਕ 10,000 ਦੀ ਥੈਲੀ ਹੁੰਦੀ ਸੀ, ਵੱਡਾ ਉਦੋਂ ਵੀ ਤੋੜੇ 10,000 ਉਹ 'ਚ ਪੈਂਦਾ ਸੀ ਸਿੱਕਾ, ਰੁਪਈਆ, ਮਾਲ, ਧਨ ਮਾਲ। ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਨਾਨਕ ਬਦਰਾ ਮਾਲਕਾ ਭੀਤਰ ਧਰਿਆਣ। ਇਹ ਜੀਵ ਨੇ ਐਸਾ ਮਾਲ ਦੇ ਨਾਲ ਚਿੱਤ ਲਾ ਲਿਆ ਹੈ, ਇਹ ਸਰੀਰ ਨੂੰ ਪਾ ਕੇ ਇਹਨੇ ਵੀ ਇੱਕੋ ਹੀ ਕਰਨੀ ਤੇ ਨਾਮ ਦੀ ਕਮਾਈ ਸੀ। ਸੱਚੇ ਤੇ ਸੁੱਚੇ ਕਰਮ ਕਰਨੇ ਸਨ, ਲੇਕਿਨ ਉਹ ਨਹੀਂ ਹੋਏ ਸੱਚੇ ਤੇ ਸੁੱਚੇ ਕਰਮ। ਸੱਚੇ ਕਰਮ ਸੀ ਵਾਹਿਗੁਰੂ ਦੀ ਭਗਤੀ ਕਰਨੀ, ਬੰਦਗੀ ਕਰਨੀ, ਨਾਮ ਸਿਮਰਨ ਕਰਨਾ, ਨਾਮ ਰੂਪੀ ਦੌਲਤ ਨੂੰ ਕਮਾਉਣਾ, ਜਿਹਨੂੰ ਸੁਖਮਨੀ ਸਾਹਿਬ ਕਹਿੰਦਾ ਕਿ ਹਰ ਧਨ ਕੇ ਭਰ ਲੇਹੋ ਭੰਡਾਰ, ਨਾਨਕ ਗੁਰ ਪੂਰੇ ਨਮਸਕਾਰ। ਉਹ ਹਰੀ ਵਾਹਿਗੁਰੂ ਦਾ ਨਾਮ ਧਨ ਇਕੱਠਾ ਕਰਨਾ ਸੀ, ਪਰ ਇਹਨੇ ਦੁਨਿਆਵੀ ਰੁਪਈਏ ਜਿਹੜੇ 10,000 ਰੁਪਈਆ ਬਹੁਤ ਹੁੰਦਾ ਸੀ ਉਸ ਵੇਲੇ। ਬਦਰਾ ਜਿਹਨੂੰ ਕਹਿੰਦੇ, ਜਿਹਦੇ ਵਿੱਚ ਪਾਇਆ ਜਾਂਦਾ ਸੀ, ਉਹ ਬਦਰਾ ਹੁੰਦਾ ਸੀ। ਤੋੜੇ ਤੋਂ ਗਾਂ ਉਹ ਥੈਲਾ, ਉਹਦਾ ਨਾਮ ਬਦਰਾ ਹੁੰਦਾ ਸੀ, ਵੀ 10,000 ਦਾ ਬਦਰਾ ਹੈ। ਔਰ ਇਹਨੇ ਸਰੀਰ ਨੂੰ ਪਾ ਕੇ, ਨਾਨਕ ਬਦਰਾ ਮਾਲਕਾ, ਇਹ ਸਰੀਰ ਨੂੰ ਪਾ ਕੇ ਤੇ ਭੀਤਰ ਧਰਿਆਣ। ਇਹ ਸਰੀਰ ਨੂੰ ਪਾ ਕੇ ਮਾਇਆ ਦਾ ਹੀ ਜਿਹੜਾ ਮੋਹ ਇੰਨਾ ਕਰ ਲਿਆ ਕਿ ਸਹਿਸ ਖਟੇ ਲੱਖ ਕੋਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਛੈ ਪਾਵੈ। ਬਿਨਾ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬ੍ਰਿਥੇ ਸਭ ਕਾਜੈ। ਨਾਮ ਰੰਗ ਸਰਬ ਸੁਖ ਹੋਏ, ਵਡ ਭਾਗੀ ਕਿਸੈ ਪ੍ਰਾਪਤ ਹੋਏ। ਇਹ ਬਦਰਾ ਜਿਹੜਾ ਸੀ ਮਾਲ ਦਾ, ਮਾਲ ਹੀ ਇਕੱਠਾ ਕਰ ਲਿਆ ਸਾਰਾ। ਕਬੀਰ ਸਾਹਿਬ ਜੀ ਨੇ ਵੀ ਕਿਹਾ, ਜੇ ਥੋੜ੍ਹਾ ਲਾਲਚ ਆਇਆ ਸੀ ਬੱਚਿਆਂ ਨੂੰ, ਵੇਲੇ ਕਿਹਾ ਸੀ, ਕਬੀਰ ਹਰ ਕਾ ਸਿਮਰਨ ਛਾੜ ਕੈ ਘਰ ਲੈ ਆਇਆ ਮਾਲ।
ਸੋ ਉਪਜਿਓ ਪੂਤ ਕਮਾਲ ਕਏ ਸਨ ਬਚਨ। ਵਾਹਿਗੁਰੂ ਦਾ ਸਿਮਰਨ ਛੱਡ ਕੇ ਤੂੰ ਧਨ ਹੀ ਕਰ ਲਿਆ, ਮਾਲ ਲੈ ਆਇਆ। ਨਾਨਕ ਬਦਰਾ ਮਾਲਕ, ਇਹਨੇ ਵੀ ਇਹ ਸਰੀਰ ਨੂੰ ਪਾ ਕੇ ਬਾਦਰਾ, ਦੂਜਾ ਮਾਇਆ ਦੇ ਮੋਹ ਵਾਲਾ ਹੀ ਰਾਹ, ਜਿਹੜਾ ਖੋਟਾ ਰਾਹ ਹੈ ਬਾਦਰਾ, ਮਾਲ ਧਨ ਨੂੰ ਇਕੱਠਾ ਕਰਨ ਦਾ ਹੀ ਇਹਨੇ ਕਰ ਲਿਆ ਹੈ। ਧਨ ਨੂੰ ਇਕੱਠਾ ਕਰਨਾ ਹੀ, ਜਮ੍ਹਾਂ ਕਰਨਾ ਜਿਹੜਾ ਹੈ, ਇਹੋ ਹੀ ਮਨ ਬਣਾ ਲਿਆ। ਮਾਇਆ ਮਨੋ ਨ ਵੀਸਰੈ, ਮੰਗੈ ਦਮਾ ਦਮ। ਸੋ ਪ੍ਰਭ ਚਿਤ ਨ ਆਵਈ, ਨਾਨਕ ਨਹੀਂ ਕਰਮ। ਮਹਾਰਾਜ ਜੀ ਕਹਿੰਦੇ ਉਹ ਕਰਮ ਬਖਸ਼ਿਸ਼ ਨਹੀਂ ਹੋਈ ਵਾਹਿਗੁਰੂ। ਜਦੋਂ ਸਿਮਰਨ ਵਾਹਿਗੁਰੂ ਦਾ ਕਰਨ ਦੀ ਬਜਾਏ, ਮਾਲਕ ਦਾ ਕਰਨ ਦੀ ਬਜਾਏ ਤੇ ਉਹਦੀ ਦਾਸੀ ਦਾ ਕਰਨ ਲੱਗ ਪਏ। ਮਾਇਆ ਤਾਂ ਦਾਸੀ ਹੈ ਵਾਹਿਗੁਰੂ ਦੀ, ਪਤਨੀ ਹੈ। ਉਹ ਮਾਧੋ ਹੈ, ਆਪ ਮਾਇਆ ਦਾ ਧੌ ਪਤੀ ਹੈ। ਜਦੋਂ ਐਸਾ ਕੀਤਾ ਸਿਮਰਨ ਮਾਲਕ ਦਾ ਛੱਡ ਕੇ ਤੇ ਉਹਦੀ ਦਾਸੀ ਦਾ ਕਰ ਲਿਆ। ਠਾਕਰ ਛੋੜ ਦਾਸੀ ਕੋ ਭਜ ਹੈ, ਐਸੀ ਹਾਲਤ ਹੋ। ਨਾਨਕ ਮਾਇਆ ਮਨੋ ਨ ਵੀਸਰੈ, ਮੰਗੈ ਦਮਾ ਦਮ। ਇਹ ਮਨ ਦੇ ਵਿੱਚੋਂ ਭੁੱਲਦੀ ਨਹੀਂ ਹੈ। ਹਰ ਇੱਕ ਦਮ ਸਾਹ ਨਾਲ ਮਾਇਆ ਹੀ ਮੰਗ ਰਿਹਾ, ਮਾਇਆ ਹੀ ਮੰਗ ਰਿਹਾ। ਸੋ ਪ੍ਰਭ ਚਿਤ ਨ ਆਵਈ, ਵਾਹਿਗੁਰੂ ਚੇਤੇ ਨਹੀਂ ਆਉਂਦਾ, ਫਿਰ ਬਖਸ਼ਿਸ਼ ਕਾਹਦੀ ਹੋਣੀ। ਜੇ ਚੇਤੇ ਆਉਂਦਾ ਤੇ ਬਖਸ਼ਿਸ਼ ਹੋਣੀ ਸੀ ਉਹਦੀ। ਇਹ ਧਨ ਵੀ ਦੁਨੀਆ ਦਾ ਵੀ ਸੱਚੇ ਪਾਤਸ਼ਾਹ ਇਹ ਵੀ ਪਦਾਰਥਾਂ ਦਾ ਸੁੱਖ ਦੇ ਦਿੰਦੇ ਐ, ਅੰਦਰ ਦਾ ਟਿਕਾ ਦਾ ਸੁੱਖ ਵੀ ਦੇ ਦਿੰਦੇ ਨੇ। ਹੋਇਆ ਉਲਟਾ ਹੈ। ਨਾਨਕ ਬਦਰਾ ਮਾਲਕਾ, ਭੀਤਰ ਧਰਿਆ ਆਣ। ਇਹਨੇ ਵੀ ਇਹ ਬਾਹਰਲੇ ਧਨ ਦੇ ਨਾਲ ਇੰਨਾ ਖਿੱਚਿਆ ਗਿਆ ਕਿ ਆਪਣੇ ਅੰਦਰ ਲਿਆ ਕੇ 10,000 ਜਮ੍ਹਾਂ ਕਰਕੇ ਬਦਰਾ ਜਿਹੜਾ ਸੀ ਉਹਨੂੰ ਆਪਣੇ ਅੰਦਰ ਲਿਆ ਕੇ ਰੱਖ ਲੈਂਦਾ ਹੈ। ਇਹ ਜੀਵ ਬਹੁ ਪ੍ਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰਾ ਪਹਿਆਨ ਲੁਟਾਵੈ। ਮਨ ਮੇਰੇ ਭੂਲੇ ਕਪਟ ਨ ਕੀਜੈ, ਅੰਤ ਨਬੇਰਾ ਤੇਰੇ ਜੀਵ ਪਹਿ ਲੀਜੈ। ਸੋ ਐਸਾ ਭਗਤ ਰਵਿਦਾਸ ਸਾਹਿਬ ਜੀ ਫਰਮਾਨ ਕਰਦੇ ਨੇ। ਬੜਾ ਪ੍ਰਪੰਚ ਛਲ ਕਰਕੇ ਧਨ ਨੂੰ ਲਿਆਉਂਦਾ ਹੈ, ਆਪਣੇ ਪਰਿਵਾਰ ਕੋਲ ਲਿਆ ਕੇ ਰੱਖ ਦਿੰਦਾ ਹੈ, ਲਟਾਉਂਦਾ ਹੈ। ਇਹ ਮਨਾ ਭੁੱਲ ਕੇ ਵੀ ਕਪਟ ਛਲ ਨਾ ਕਰੀ, ਕਿਸੇ ਦਾ ਧਨ ਨਾ ਲੈ ਕੇ ਆਵੀਂ, ਕਿਸੇ ਦਾ ਹੱਕ ਨਾ ਮਾਰੀ। ਜੇ ਮਾਰੇਗਾ ਪ੍ਰਪੰਚ ਛਲ ਕਰਕੇ ਇਕੱਠਾ ਕਰ ਲਵੇਂਗਾ, ਬਦਰਾ ਬਣਾ ਲਵੇਂਗਾ, ਹਜ਼ਾਰਾਂ ਡਾਲਰ ਇਕੱਠੇ ਕਰ ਲਵੇਂਗਾ, ਲੱਖਾਂ, ਅੰਤ ਨਬੇਰਾ ਤੇਰੇ ਜੀ ਪਹਿ ਲੀਜੈ। ਅੰਤ ਨੂੰ ਨਬੇੜਾ ਜਿਹੜਾ ਹਿਸਾਬ ਆ ਉਹ ਤੇਰੀ ਜਿੰਦ ਤੋਂ ਲਿਆ ਜਾਣਾ, ਤੇ ਇੱਥੋਂ ਲਿਆ ਜਾਣਾ ਲੇਖਾ ਜੋਖਾ। ਉਹਨਾਂ ਭਾਈਵਾਲ ਨਹੀਂ ਹੋਣਾ ਜਿਨ੍ਹਾਂ ਦੀ ਖਾਤਰ ਲਿਆ ਕੇ ਇਕੱਠਾ ਕੀਤਾ ਹੈ, ਫੜਾ ਦੇਣਾ। ਉਹ ਦੁੱਖ ਵਿੱਚ ਉਹਨਾਂ ਭਾਈਵਾਲ ਨਹੀਂ ਹੋਣਾ। ਨਾਨਕ ਬਦਰਾ ਮਾਲਕਾ, ਭੀਤਰ ਧਰਿਆ ਆਣ। ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਲਿਆ ਕੇ ਅੰਦਰ ਰੱਖ ਦਿੰਦਾ ਹੈ, ਕਮਾ ਕੇ ਬਹੁਤਾ ਧਨ ਇਕੱਠਾ ਕਰਕੇ। ਅਰੇ ਜਿਹੋ ਜਿਹੇ ਕਰਮ ਕਰਕੇ ਕੀਤਾ ਹੁੰਦਾ ਨਾ, ਕਰਮਾਂ ਦਾ ਫਲ ਵਛ ਭੋਗਣਾ ਪੈਂਦਾ ਹੈ। ਕਤਿਕ ਕਰਮ ਕਮਾਵਣੇ, ਦੋਸ ਨਾ ਕਾਹੂ ਜੋਗ। ਪਰਮੇਸ਼ਰ ਤੇ ਭੁੱਲਿਆ, ਵਿਆਪਨ ਸਭੇ ਰੋਗ। ਵੇ ਮੁਖ ਹੋਏ ਰਾਮ ਤੇ ਲਗਨ ਜਨਮ ਵਿਜੋਗ। ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਵਿੱਚ ਨਾ ਕੋਈ ਕਰ ਸਕੈ, ਕੈਸ ਥੈ ਰੋਵੈ ਰੋਜ। ਫਿਰ ਇਹ ਮਾਇਆ ਦੇ ਭੋਗ ਜਿਹੜੇ ਆ ਜਿੰਨੇ ਸਾਰੇ ਛਿਨ ਵਿੱਚ ਕੌੜੇ ਹੋ ਜਾਂਦੇ ਨੇ, ਪਦਾਰਥ ਇਕੱਠੇ ਕੀਤੇ ਹੋਏ। ਉੱਥੇ ਕੋਈ ਵਿਚੋਲਗੀ ਨਹੀਂ ਕਰ ਸਕੇਗਾ, ਵਿੱਚ ਨਹੀਂ ਆਵੇ। ਵਿੱਚ ਨਾ ਕੋਈ ਕਰ ਸਕੈ, ਜਿਨ੍ਹਾਂ ਦੀ ਖਾਤਰ ਕੀਤੇ ਹੈ ਕੋਈ ਵੀ ਵਿਚੋਲਗੀ ਨਹੀਂ ਕਰੇਗਾ, ਕੋਈ ਗਵਾਹੀ ਨਹੀਂ ਦੇਵੇਗਾ, ਛਡਾਵੇਗਾ ਨਹੀਂ। ਕਿਸ ਥੈ ਰੋਵੈ ਰੋਜ। ਕੀਤਾ ਕਿਛੂ ਨਾ ਹੋਵੇ ਲਿਖਿਆ ਧੁਰ ਸੰਜੋਗ। ਕੀਤਾ ਕੁਝ ਨਹੀਂ ਹੋਣਾ ਉਸ ਵੇਲੇ। ਸੰਜੋਗ ਜਿਹੋ ਜਿਹੇ ਪਏ ਹੈ ਉਹਨਾਂ ਮੁਤਾਬਕ ਹੀ ਹਿਸਾਬ ਹੋਣਾ ਹੈ।
ਐ ਮਹਾਰਾਜ ਸੱਚੇ ਪਾਤਸ਼ਾਹ ਬਚਾ ਲਵੋ। ਇਹੋ ਬੇਨਤੀ ਕੀਤੀ ਹੈ, ਭੀਤਰ ਧਰਿਆ ਆਣ। ਇਹ ਮਾਲ ਦਾ ਬਦਰਾ ਜਿਹੜਾ 10,000 ਵੱਡਾ ਧਨ ਹੁੰਦਾ ਸੀ, ਤੇ ਇਹਦਾ ਫੁਰਨਾ ਹੀ ਅੰਦਰ ਭੀਤਰ ਲਿਆ ਕੇ ਹਰ ਇੱਕ ਨੇ, ਇੱਕ ਕੋਲ ਵੇਖ ਕੇ ਦੂਜੇ ਨੇ, ਦੂਜੇ ਕੋਲ ਵੇਖ ਕੇ ਤੀਜੇ ਨੇ, ਇਹ ਹੀ ਦੌੜ ਲੱਗ ਗਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਸ਼ਨਾ ਦੀ, ਫਲਾਣੇ ਨੇ ਐਡੀ ਕੋਠੀ ਪਾ ਲਈ, ਮੈਂ ਕਿਵੇਂ ਨਾ ਕਿਵੇਂ ਮੈਂ ਵੀ ਪਾਵਾਂ। ਭੀਤਰ ਧਰਿਆ ਆਣ, ਇਹ 10,000 ਦਾ ਬਦਰਾ ਜਿਹੜਾ ਵੱਡਾ ਬਹੁਤਾ ਧਨ ਕਮਾਉਣ ਵਾਲਾ ਲਿਆ ਕੇ ਭੀਤਰ ਆਪਣੇ ਅੰਦਰ ਫੁਰਨਾ ਰੱਖ ਲਿਆ ਹੈ। ਇਹ ਹੀ ਦੌੜ ਇਹ ਜੀਵ ਨੇ ਬਣਾ ਲਈ। ਅੱਗੇ ਦੌੜ ਤੇ ਪਿੱਛਾ ਚੌੜ, ਭੀਤਰ ਧਰਿਆ ਆਣ। ਇਹ ਹੀ ਮਨ ਦੇ ਅੰਦਰ ਲਿਆ ਕੇ ਫੁਰਨਾ ਰੱਖਦਾ ਵੀ ਇੰਨਾ ਧਨ ਕਮਾਉਣਾ, ਮੈਂ ਪਿੱਛੇ ਨਹੀਂ ਹਟਣਾ। ਉਨ ਤੇ ਦੁੱਗਣ ਦੇੜੀ ਉਨ ਮਾਏ, ਵੱਡਿਆਂ ਵਡੇਰਿਆਂ ਤੋਂ ਦੁੱਗਣੀ ਮਾਇਆ ਦ੍ਰਿੜ ਕਰ। ਖੋਟੇ ਖਰੇ ਪਰਖੀਅਨ ਸਾਹਿਬ ਕੈ ਦੀ ਬਾਣ। ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ ਕਿ ਭਾਈ ਜਿਹੋ ਜਿਹੇ ਕਰਮ ਕਮਾ ਕੇ ਧਨ ਕਮਾਵਾਂਗੇ, ਉਸ ਮੁਤਾਬਕ ਖੋਟੇ ਤੇ ਖਰੇ ਹੋਵਾਂਗੇ। ਖੋਟੇ ਤੇ ਖਰੇ ਪਰਖੇ ਜਾਂਦੇ ਨੇ। ਖੋਟੇ ਨੇ ਜਿਹੜੇ ਲਾਲਚ ਵਿੱਚ ਆ ਜਾਂਦੇ ਹੈ, ਤ੍ਰਿਸ਼ਨਾ ਜਿਨ੍ਹਾਂ ਦੇ ਅੰਦਰ ਪ੍ਰਬਲ ਹੋ ਜਾਂਦੀ ਹੈ। ਇਹ ਲੋਭ ਲਾਲਚ ਸਾਰੇ ਪਾਪਾਂ ਗੁਨਾਹਾਂ ਦਾ ਬਾਪ ਮੰਨਿਆ ਗਿਆ ਹੈ। ਖੋਟੇ ਬਣਾ ਦਿੰਦਾ ਹੈ। ਇਹ ਕੋਈ ਚੰਗਿਆਈ ਨਹੀਂ ਅੰਦਰ ਰਹਿਣ ਦਿੰਦਾ, ਸਭ ਚੰਗੇ ਕਰਮਾਂ ਦਾ ਨਾਸ ਕਰ ਦਿੰਦਾ ਹੈ ਜਦੋਂ ਆਉਂਦਾ ਹੈ। ਲੋਭ ਇੰਨਾ ਭੈੜਾ ਹੈ, ਸਾਰੇ ਕਰਮਾਂ ਦਾ, ਸਾਰੇ ਪਾਪਾਂ ਦਾ ਬਾਪ ਮੰਨਿਆ। ਲੋਭ ਦਾ ਪਾਪ ਬਾਪ ਹੈ। ਇਹ ਵੱਡੇ ਵੱਡੇ ਜਦੋਂ ਆਉਂਦਾ ਲੋਭ ਲਾਲਚ ਤ੍ਰਿਸ਼ਨਾ, ਪਾਪ ਕਰਾ ਦਿੰਦਾ ਜੀਵ। ਕੋਈ ਸ਼ਰਮ ਹਜਾ ਨਹੀਂ ਰਹਿਣ ਦਿੰਦਾ ਕਿਸੇ ਦੇ ਅੰਦਰ। ਧਰਮੀ ਪੁਰਸ਼ ਜਿਨ੍ਹਾਂ ਨੇ ਧਰਮੀ ਬਾਣਾ ਪਾਇਆ ਹੁੰਦਾ, ਲਿਬਾਸ ਪਾਇਆ ਹੁੰਦਾ, ਉਹ ਵੀ ਜਦੋਂ ਇਹ ਆਉਂਦਾ ਇਹੋ ਜਿਹੇ ਕਰਮ ਕਰ ਬੈਠਦੇ ਨੇ, ਸ਼ਰਮਿੰਦੇ ਹੋਣਾ ਪੈਂਦਾ ਹੈ। ਖੋਟੇ ਖਰੇ ਖੋਟੇ ਹੁੰਦੇ ਨੇ ਲੋਭ ਕਰਕੇ। ਇਸ ਕਰਕੇ ਇੱਕ ਪੁੱਛਿਆ ਸੀ, ਪੰਡਤ ਆ ਗਿਆ ਸੀ ਕਿਸੇ ਰਾਜ ਸਭਾ ਵਿੱਚ। ਪੰਡਤ ਕੋਈ ਕਥਾ ਕਰਦਾ ਸੀ, ਚੰਗੀ ਪੜਤ ਬਣੀ ਹੋਈ ਸੀ। ਰਾਜਾ ਬੜਾ ਸਨਮਾਨ ਕਰਦਾ, ਫੁੱਲਾਂ ਦਾ ਹਾਰ ਪਾਉਂਦਾ ਸੀ, ਧਨ ਵੀ ਦਿੰਦਾ ਸੀ। ਕਥਾ ਸੁਣਨ ਤੋਂ ਬਾਅਦ ਹਰ ਰੋਜ਼ ਇੱਕ ਪੰਡਤ ਹੋਰ ਆ ਗਿਆ, ਹੋਰ ਇਲਾਕੇ ਦਾ ਤੁਰਦਾ ਫਿਰਦਾ। ਉਹਨੂੰ ਪਤਾ ਲੱਗ ਗਿਆ, ਵਿਦਵਾਨ ਉਹ ਬੜਾ ਸੀ, ਕਿ ਇੱਥੇ ਰਾਜ ਸਭਾ ਵਿੱਚ ਜਿਹੜਾ ਇੱਥੋਂ ਦਾ ਪੰਡਤ ਕਥਾ ਕਰਦਾ ਉਹਦਾ ਬੜਾ ਸਨਮਾਨ ਹੁੰਦਾ ਹੈ। ਉਹਨੂੰ ਕਢਾਉਣ ਦੀ ਖਾਤਰ ਆਪ ਉੱਥੇ ਕਥਾ ਕਰਨ ਦੇ ਲਈ ਉਹਨੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ। ਰਾਜੇ ਨੂੰ ਕਹਿੰਦਾ ਕਿਸੇ ਬੰਦੇ ਰਾਹੀਂ ਭੇਜਿਆ ਵੀ ਇਹਨੂੰ ਤੂੰ ਕਹਿੰਦਾ ਬੜਾ ਵਿਦਵਾਨ ਆ, ਇਹਨੂੰ ਪੁੱਛੋ। ਕਈ ਤਰ੍ਹਾਂ ਦੇ ਉਹਨੇ ਸਵਾਲ ਕੀਤੇ ਸੀ ਵੀ ਲੋਭ ਦਾ ਬਾਪ ਕੌਣ ਹੈ, ਇੱਥੇ ਸੁਖੀ ਤੇ ਉੱਥੇ ਪਰਲੋਕ ਵਿੱਚ ਦੁਖੀ ਕੌਣ ਆ, ਇਹ ਸਵਾਲ ਕੀਤੇ ਉਹਨੇ। ਫਿਰ ਕਿਹਾ ਇੱਥੇ ਦੁਖੀ ਤੇ ਪਰਲੋਕ ਵਿੱਚ ਸੁਖੀ ਕੌਣ ਆ। ਸੋ ਇਸ ਕਰਕੇ ਉਹਨੇ ਕਈ ਤਰ੍ਹਾਂ ਦੇ ਸਵਾਲ ਕੀਤੇ ਵੀ ਇਹ ਜਵਾਬ ਦੇਵੇ। ਜੇ ਆਪਣੇ ਆਪ ਨੂੰ ਵਿਦਵਾਨ ਸਮਝਦਾ ਹੈ, ਲੋਭ ਦਾ ਬਾਪ ਕੌਣ ਹੈ, ਸੋ ਪਾਪ ਦਾ ਬਾਪ ਕੌਣ ਹੈ। ਉਹ ਪੰਡਤ ਸੋਚਾਂ 'ਚ ਪੈ ਗਿਆ, ਘਬਰਾ ਗਿਆ, ਖਰੇ ਗਿਆ, ਮੂੰਹ ਉਤਰਿਆ ਹੋਇਆ। ਰਾਜੇ ਨੇ ਕਿਹਾ ਵੀ ਕੱਲ੍ਹ ਨੂੰ ਆਹ ਸਵਾਲਾਂ ਦੇ ਜਵਾਬ ਮੈਂ ਪੁੱਛਣੇ, ਇਹ ਮੈਨੂੰ ਦੇਵੀਂ। ਸੋਚਾਂ 'ਚ ਪੈ ਗਿਆ, ਪੜ੍ਹਿਆ ਕਿਤੇ ਨਹੀਂ ਸਨ ਪੜ੍ਹੇ। ਤਾਂ ਉਸ ਵੇਲੇ ਲੜਕੀ ਸੀ ਸਿਆਣੀ ਉਹਦੀ। ਜਦੋਂ ਉਹਨੇ ਵੇਖਿਆ ਵੀ ਅੱਜ ਖੁਸ਼ ਨਹੀਂ ਪਿਤਾ ਜੀ, ਸੋ ਉਸ ਵੇਲੇ ਕਿਹਾ ਕੀ ਗੱਲ ਹੈ, ਕਿ ਆਹ ਗੱਲ ਹੋ ਗਈ ਹੈ, ਕਿਸੇ ਹੋਰ ਨੇ ਆ ਕੇ ਇਹ ਸਵਾਲ ਉੱਥੇ ਦਿੱਤੇ ਨੇ ਤੇ ਮੈਨੂੰ ਅਜੇ ਤੱਕ ਕੁਝ ਨਹੀਂ ਸੁਝਿਆ, ਸਭਾ ਵਿੱਚ ਜਾਣ ਦਾ ਟਾਈਮ ਹੋ ਗਿਆ। ਉਹਨੇ ਕਿਹਾ ਕੋਈ ਗੱਲ ਨਹੀਂ। ਉਹਨੇ ਕਿਹਾ ਹੁਣੇ ਆਪਾਂ ਕਰਦੇ ਹਾਂ, ਇਹ ਕਿਹੜੀ ਗੱਲ ਆ, ਆਪਾਂ ਜਵਾਬ ਦੇਵਾਂਗੇ, ਮੈਂ ਤੁਹਾਡੇ ਨਾਲ ਚੱਲਦਾ। ਗਈ ਲੜਕੀ ਵੀ। ਕਿਹਾ ਇੱਕ ਕਤੂਰਾ ਮਰਿਆ ਹੋਇਆ ਜਿਹੜਾ ਰੇਸ਼ਮੀ ਬਸਤਰ ਵਿੱਚ
ਸੋ ਬਲੇਟ ਕੇ ਰੇਸ਼ਮੀ ਬਸਤਰ ਵਿੱਚ ਜਰੀਦਾਰ ਜਿਹੜਾ ਚਮਕ ਰਿਹਾ ਸੀ, ਮਰਿਆ ਹੋਇਆ ਕਤੂਰਾ ਉਹ ਚੱਕ ਲਿਆ ਉਹਨੇ, ਉਹਦੇ ਵਿੱਚ ਲਪੇਟ ਕੇ ਲੜਕੀ ਲੈ ਗਏ। ਉਹ ਪੰਡਤ ਨੂੰ ਵੀ ਸੱਦਿਆ ਹੋਇਆ ਸੀ, ਉਹਨੂੰ ਵੀ ਸੱਦ ਲਿਆ ਸਭਾ ਦੇ ਵਿੱਚ ਕਿ ਤੇਰੇ ਸਾਹਮਣੇ ਜਵਾਬ ਹੋਣਗੇ। ਮੇਰਾ ਪੰਡਤ ਬਹੁਤ ਵਿਦਵਾਨ ਹੈ। ਔਰ ਉਹਨੇ ਕਿਹਾ ਇੱਕ ਸ਼ਾਹੂਕਾਰ ਲੈ ਗਈ ਨਾਲ, ਅਮੀਰ ਜਿਹੜਾ ਸੀ ਸ਼ਾਹੂਕਾਰ। ਇੱਕ ਸਾਧੂ ਸੀ ਕੋਈ ਜੰਗਲਾਂ 'ਚ ਰਹਿੰਦਾ, ਭੁੱਖਾ ਤੇ ਆਇਆ, ਇੱਕ ਉਹਨੂੰ ਲੈ ਗਈ। ਇਸ ਤਰੀਕੇ ਦੇ ਨਾਲ ਔਰ ਉਹਨੇ ਕਿਹਾ ਵੀ 100 ਰੁਪਈਆ ਤੈਨੂੰ ਉਹਨੂੰ ਮਿਲੇਗਾ। ਉਹਨੂੰ ਕਿਹਾ ਵੀ ਇਹ ਬਾਹਰ ਆਵੇ। ਜੋ ਸਭਾ ਦੇ ਕੋਲ ਗਏ, ਰੇਸ਼ਮੀ ਬਸਤਰ ਆ ਸਾਡੀ ਮੌਲਿਕ ਚੀਜ਼ ਹੈ। ਜਦੋਂ ਉਹਨੇ ਵੇਖਿਆ ਵੀ ਵਾਕਿਆ ਇੰਨਾ ਸੋਹਣਾ ਰੇਸ਼ਮ ਦਾ ਬਸਤਰ ਹੈ, ਇਹਦੇ ਵਿੱਚ ਕੋਈ ਮੌਲਿਕ ਚੀਜ਼, ਉਹ ਪੰਡਤ ਨੂੰ ਬਾਹਰ ਹੀ ਸੱਦ ਕੇ ਲੜਕੀ ਨੇ ਜਦੋਂ ਗਏ ਅੰਦਰ ਐਂਟਰ ਹੋਣਾ ਸੀ, ਕਹਿੰਦੀ ਵੀ ਸਾਡੀ ਆ ਵਸਤੂ ਥੋੜ੍ਹਾ ਸਮਾਂ ਰਾਜ ਸਭਾ ਵਿੱਚ ਥੋੜ੍ਹਾ ਜਿਹਾ ਸਮਾਂ ਲੱਗਣਾ ਹੈ, ਸੋ ਇਸ ਕਰਕੇ ਕੋਈ ਜ਼ਰੂਰੀ ਵਾਰਤਾ ਹੋ ਗਈ ਹੈ। ਮੇਰੇ ਪਿਤਾ ਜੀ ਨੇ ਉਹ ਜਵਾਬ ਦੇਣੇ ਆ, ਤੂੰ ਸਾਡੀ ਆ ਚੀਜ਼ ਸ਼ਾਹੂਕਾਰ ਦੀ ਸਾਂਭ ਲੈ। ਇਹਨਾਂ ਦੀ ਸ਼ਾਹੂਕਾਰ ਨੂੰ ਕਹਿਤਾ ਤੂੰ ਫੜਾ ਦੀ, 100 ਰੁਪਈਆ ਤੈਨੂੰ ਮਿਲੇਗਾ ਇਹਦੇ। ਉਹਨੇ ਝਾਟੀ ਲਾਲਚ ਵਿੱਚ ਆ ਕੇ ਪੰਡਤ ਨੇ ਉਹ ਮਰਿਆ ਹੋਇਆ ਕਤੂਰਾ ਜਿਹੜਾ ਲਪੇਟਿਆ ਹੋਇਆ ਸੀ ਜਰੀਦਾਰ ਬਸਤਰ ਵਿੱਚ, ਉਹ ਉਸ ਵੇਲੇ ਲੈ ਲਿਆ 100 ਰੁਪਈਆ ਲੈਣ ਦੇ ਖਾਤਰ। ਲਾਲਚ ਵਿੱਚ ਆ ਕੇ ਫੜ ਲਿਆ, ਆਪ ਬੁੱਕਲ ਵਿੱਚ ਲੈ ਕੇ ਬੈਠਾ ਰਿਹਾ। ਰਾਜ ਸਭਾ ਲੱਗੀ, ਰਾਜੇ ਨੇ ਸਵਾਲ ਕੀਤੇ ਵੀ ਆਹ ਸਵਾਲ ਆ, ਤੈਨੂੰ ਮੈਂ ਤਨਖਾਹ ਦਿੰਦਾ, ਸਨਮਾਨ ਕਰਦਾ, ਜਵਾਬ ਦੇ। ਉਹਨੇ ਕਿਹਾ ਦੱਸੋ ਜੀ। ਉਹਨੇ ਕਿਹਾ ਪਹਿਲਾਂ ਇਹ ਦੱਸ ਵੀ ਇੱਥੇ ਦੁਖੀ ਤੇ ਉੱਥੇ ਸੁਖੀ ਕੌਣ ਆ। ਉਹਨੇ ਕਿਹਾ ਜੀ ਮਹਾਰਾਜ ਆ ਮਹਾਤਮਾ ਜੀ ਬੈਠੇ ਨੇ, ਇਹ ਭੁੱਖੇ ਤੇ ਆਏ ਰਹਿ ਕੇ ਤਪੱਸਿਆ ਕਰਦੇ, ਸਿਮਰਨ ਕਰਦੇ ਹਨ। ਇਹ ਇੱਥੇ ਤੇ ਦੁਖੀ ਹੈ ਬਾਹਰੋਂ ਵੇਖਣ ਨੂੰ, ਪਰ ਪਰਲੋਕ ਵਿੱਚ ਸੁਖੀ ਹੋਣਗੇ, ਇਹਨਾਂ ਦੀ ਜੈ ਜੈਕਾਰ ਹੋਵੇ। ਰਾਜੇ ਨੇ ਕਿਹਾ ਠੀਕ ਹੈ, ਬਿਲਕੁਲ। ਦੂਜਾ ਉਹਨੇ ਕਿਹਾ ਵੀ ਇੱਥੇ ਸੁਖੀ ਤੇ ਉੱਥੇ ਦੁਖੀ ਕੌਣ ਹੋਵੇਗਾ। ਉਹਨੇ ਕਿਹਾ ਜੀ ਆਹ ਸ਼ਾਹੂਕਾਰ ਆ। ਸੋ ਇਸ ਤਰੀਕੇ ਦੇ ਨਾਲ ਆਹ ਗਰੀਬ ਆ। ਉਹਨੇ ਪੁੱਛਿਆ ਸੀ ਇੱਥੇ ਦੁਖੀ ਤੇ ਉੱਥੇ ਦੁਖੀ ਕੌਣ। ਇਹ ਗਰੀਬ ਲੱਕੜਹਾਰਾ ਸੀ। ਉਹਨੇ ਕਿਹਾ ਇੱਥੇ ਮਸਾਂ ਗੁਜ਼ਾਰਾ ਹੁੰਦਾ, ਇੱਥੇ ਵੀ ਦੁਖੀ ਹੈ, ਅਗਾਂਹ ਵੀ ਕੋਈ ਪੁੰਨਦਾਨ ਨਹੀਂ ਇਹ ਤੋਂ ਹੋਣਾ, ਅਗਾਂਹ ਵੀ ਦੁਖੀ ਹੋਵੇਗਾ। ਇਹ ਹੈ। ਫਿਰ ਉਹਨੇ ਕਿਹਾ ਇੱਥੇ ਸੁਖੀ ਤੇ ਉੱਥੇ ਸੁਖੀ ਕੌਣ ਹੈ। ਉਹਨੇ ਸ਼ਾਹੂਕਾਰ ਸਾਹਮਣੇ ਕਰ ਦਿੱਤਾ। ਉਹਨੇ ਕਿਹਾ ਵੀ ਇੱਥੇ ਵੀ ਸੁਖੀ ਹੈ, ਚੰਗੇ ਕਰਮ ਪਿੱਛੇ ਕੀਤੇ ਸੀ, ਅਗਾਂਹ ਨੂੰ ਵੀ ਪੁੰਨਦਾਨ ਕਰਦਾ ਇਹ ਬੰਦਾ, ਲੋੜਵੰਦਾਂ ਦੀ ਸਹਾਇਤਾ ਕਰਦਾ ਹੈ, ਅਗਾਂਹ ਵੀ ਸੁਖੀ ਹੋਵੇਗਾ। ਰਾਜੇ ਨੇ ਕਿਹਾ ਠੀਕ ਹੈ। ਫਿਰ ਸੋ ਇਸ ਤਰੀਕੇ ਨਾਲ ਕਿਹਾ ਵੀ ਲੋਭ ਦਾ ਪਾਪ ਦਾ ਬਾਪ ਕੌਣ ਹੈ। ਉਹਨੇ ਕਿਹਾ ਰਾਜਾ ਪਾਪ ਦਾ ਬਾਪ ਹੈ ਲੋਭ, ਲਾਲਚ। ਜਿੰਨੇ ਪਾਪ ਕਰਾਉਂਦਾ, ਲਾਲਚ ਕਰਾਉਂਦਾ, ਤ੍ਰਿਸ਼ਨਾ ਕਰਾਉਂਦੀ ਆ। ਵੇਖ ਇਹ ਹੈ ਤੇ ਪੰਡਤ ਆ, ਉੱਚੇ ਘਰਾਣੇ ਵਿੱਚ ਪੈਦਾ ਹੋਇਆ, ਸਾਹਮਣੇ ਬੈਠਾ ਹੋਇਆ, ਇਹਨੂੰ 100 ਰੁਪਈਏ ਦਾ ਲਾਲਚ ਦੇ ਕੇ ਤੈਨੂੰ 100 ਰੁਪਈਆ ਦੇਵਾਂਗੇ ਤੇ ਆ ਤੂੰ ਸਾਡੀ ਚੀਜ਼ ਫੜ ਲੈ। ਇਹਨੇ ਵੇਖਿਆ ਹੀ ਕੁਛ ਨਹੀਂ, ਖੋਲ੍ਹ ਕੇ ਇਹਦੇ ਵਿੱਚ ਕੀ ਹੈ। ਆ ਮਰਿਆ ਹੋਇਆ ਕੁੱਤਾ ਚੱਕ ਲਿਆ, ਗੋਦੀ 'ਚ ਲੈ ਕੇ ਬੈਠਾ ਤੇਰੇ ਸਾਹਮਣੇ 100 ਰੁਪਈਏ ਦੀ ਖਾਤਰ। ਉਹਨੇ ਕਿਹਾ ਅੱਛਾ ਇਹ ਗੱਲ ਆ। ਜਦੋਂ ਖੋਲ੍ਹਿਆ ਤੇ ਉਹ ਹੋਈ ਬੜੀ ਤੋਏ ਤੋਏ ਹੋਈ। ਉਹਨੂੰ ਰਾਜ ਸਭਾ ਵਿੱਚੋਂ ਕੱਢ ਦਿੱਤਾ, ਨਾਲੇ ਜਵਾਬ ਦੇ ਦਿੱਤਾ ਜਿਹੜਾ ਆਪ ਹੀ ਰਖਾਲੂ ਸੀ। ਸੋ ਇਸ ਤਰੀਕੇ ਨਾਲ ਕਰਮ ਹੁੰਦੇ ਨੇ ਖੋਟੇ ਖਰੇ। ਖੋਟੇ ਹੁੰਦੇ ਲੋਭ ਦੇ ਖਾਤਰ, ਜਿਨ੍ਹਾਂ ਨੇ ਬਦਰਾ ਮਾਲਕਾ ਇੱਕੋ ਹੀ ਫੁਰਨਾ ਲੈ ਲਿਆ, ਜੀਵਾਂ ਨੇ ਮਾਇਆ ਇਕੱਠੀ ਕਰਨੀ ਹੈ, ਚਿੱਤ ਦੇ ਅੰਦਰ ਧਰਿਆ ਲਿਆ ਦਿੱਤਾ ਨਾ। ਵਾਹਿਗੁਰੂ ਦੇ ਸਿਮਰਨ ਨੂੰ ਛੱਡ ਕੇ ਖੋਟੇ ਖਰੇ ਪਰਖੀਅਨ ਸਾਹਿਬ ਕਾ ਦੀਵਾਨ। ਮਹਾਰਾਜ ਜੀ ਬਖਸ਼ਿਸ਼ ਕਰਦੇ ਨੇ, ਉਹ ਖੋਟੇ ਹੋ ਜਾਂਦੇ ਨੇ ਜੀਵ। ਲੋਭ ਲਾਲਚ ਵਾਲੇ ਖੋਟੇ ਖਰੇ ਭੈੜੇ ਕਰਮਾਂ ਨੂੰ ਲੈ ਕੇ ਪੰਡ ਰੱਖ ਕੇ ਦੁੱਖਾਂ ਦੀ ਚਲੇ ਜਾਂਦੇ ਨੇ, ਤੇ ਖਰੇ ਜਿਹੜੇ ਲੋਭ ਲਾਲਚ ਤੋਂ ਰਹਿਤ, ਸਬਰ ਸੰਤੋਖ ਵਾਲੇ, ਪੁੰਨਦਾਨ ਕਰਨ ਵਾਲੇ, ਸੇਵਾ ਸਿਮਰਨ ਕਰਨ ਵਾਲੇ, ਖਰੇ ਪਰਖੀਅਨ, ਇਹ ਪਰਖੇ ਜਾਂਦੇ ਨੇ ਫਿਰ ਵਾਹਿਗੁਰੂ ਦੇ ਦਰ 'ਤੇ।
ਸਾਹਿਬ ਕਾ ਦੀਵਾਨ, ਉਹ ਵਾਹਿਗੁਰੂ ਦੇ ਮਾਲਕ ਦੇ ਦੀਵਾਨ ਕਚਹਿਰੀ ਵਿੱਚ ਜਦੋਂ ਉਹਦਾ ਦੀਵਾਨ ਲੱਗਦਾ, ਕਚਹਿਰੀ ਲੱਗਦੀ, ਲੇਖਾ ਜੋਖਾ ਹੁੰਦਾ ਹੈ, ਤਾਂ ਉਦੋਂ ਫਿਰ ਪਰਖੇ ਜਾਂਦੇ ਨੇ, ਉੱਥੇ ਟੁਣਕਾਰੇ ਜਾਂਦੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਪਾਵਨ ਜਪਜੀ ਸਾਹਿਬ ਵਿੱਚ ਫਰਮਾਨ ਕਰਦੇ ਨੇ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾਪੈ ਜਾਏ। ਸਾਹਿਬ ਦੇ ਦੀਵਾਨ ਵਿੱਚ ਪ੍ਰਤੱਖ ਵੀ ਜੇ ਲੇਖਾ ਜੋਖਾ, ਉੱਥੇ ਪਰਖੇ ਜਾਂਦੇ ਨੇ ਖੋਟੇ ਕੌਣ ਤੇ ਖਰੇ ਕੌਣ ਨੇ, ਵੱਖੋ ਵੱਖਰੇ ਕੀਤੇ ਜਾਂਦੇ ਨੇ। ਉਥੈ ਸੱਚੋ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜਮਾਲਿਆ। ਥਾਉ ਨ ਪਾਇਨ ਕੂੜਿਆਰ, ਮੋਹ ਕਾਲੈ ਦੋਜਕ ਚਾਲਿਆ। ਤੇਰਾ ਨਾਏ ਰਤੇ ਸੇ ਜੀਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਲਿਖ ਨਾਵੈ ਧਰਮ ਬਹਾਲਿਆ। ਖੋਟੇ ਖਰੇ ਪਰਖੀਅਨ, ਸਾਹਿਬ ਕੈ ਦੀਵਾਨ। ਜੀਵ ਲਾਲਚ ਵਿੱਚ ਆ ਕੇ ਖੋਟੇ ਕਰਮ ਕਰਦੇ ਨੇ, ਮਾੜੇ ਕਰਮ ਕਰਦੇ ਨੇ, ਤੇ ਉਹ ਫਿਰ ਪਰਖੇ ਜਾਂਦੇ ਨੇ ਵੀ ਕਿੰਨੇ ਖੋਟੇ ਕਰਮ ਕੀਤੇ, ਕਿੰਨੇ ਖਰੇ ਕੀਤੇ ਨੇ, ਲੇਖਾ ਜੋਖਾ ਹੁੰਦਾ ਹੈ ਵਾਹਿਗੁਰੂ ਦੇ ਦਰ 'ਤੇ। ਕਰਕੇ ਭਾਈ ਵਾਹਿਗੁਰੂ ਦਾ ਨਾਮ ਧਨ ਵੀ ਇਕੱਠਾ ਕਰਨਾ ਚਾਹੀਦਾ ਹੈ। ਸੋ ਹਿਰਦੇ ਰੂਪੀ ਝੋਲੀ ਦੇ ਵਿੱਚ ਇਹਨੂੰ ਗੁਰੂ ਦੇ ਸਨਮੁਖ ਹੋ ਕੇ ਨਾਮ ਦੀ ਦਾਤ ਲੈ ਕੇ ਪੱਲੇ ਬੰਨ੍ਹ ਲੈਣਾ ਚਾਹੀਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਭਾਵ ਇਹੋ ਉਪਦੇਸ਼ ਦੇ ਰਹੇ ਹਨ, ਗਰੀਬ ਨਿਵਾਜ ਕਿਰਪਾ ਕਰਨ, ਗੁਰੂ ਸਾਹਿਬ ਦੇ ਕੋਲੋਂ ਨਾਮ ਦੀ ਦਾਤ ਮੰਗੀਏ। ਸੱਚੇ ਪਾਤਸ਼ਾਹ ਕਿਰਪਾ ਕਰੋ, ਵਿਸਰ ਨਾਹੀਂ ਦਾਤਾਰ, ਆਪਣਾ ਨਾਮ ਦੇਹੋ। ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਇਹ ਜਿਹੜਾ ਨਾਮ ਰੂਪੀ ਧਨ ਆ, ਇਹ ਦੌਲਤ ਸ਼ੁਭ ਗੁਣਾਂ ਦੀ ਬੰਦਗੀ ਦੀ ਦੌਲਤ ਸੱਚੇ ਪਾਤਸ਼ਾਹ ਸਾਨੂੰ ਇਹ ਦੇ ਦਿਓ। ਮਿਹਰ ਕਰੋ, ਰੋਜੀ ਰੋਟੀ ਉਪਜੀਵਕਾ ਤੇ ਤੁਸੀਂ ਸਭ ਨੂੰ ਦੇਈ ਜਾਂਦੇ ਹੋ, ਤੁਸੀਂ ਦਾਤੇ ਹੋ, ਸਾਰਿਆਂ ਦੀ ਪ੍ਰਤਪਾਲਨਾ ਕਰਦੇ ਹੋ। ਮਿਹਰ ਕਰੋ ਸੱਚੇ ਪਾਤਸ਼ਾਹ। ਸੋ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼, ਅੱਗੇ ਤੋਂ ਸੁਮਤ ਬਖਸ਼ਣੀ ਜੀ। ਨਾਨਕ ਬਦਰਾ ਮਾਲਕਾ, ਭੀਤਰ ਧਰਿਆਣ, ਖੋਟੇ ਖਰੇ ਪਰਖੀਅਨ, ਸਾਹਿਬ ਕੈ ਦੀਵਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵੱਜੀਆਂ ਵਾਧਾਹੀਆਂ। ਰਾਗ ਰਤਨ ਪਰਵਾਰ ਪਰੀਆ, ਸ਼ਬਦ ਗਾਵਣ ਆਈਆ। ਸ਼ਬਦੋ ਤਾਂ ਗਾਵਹੋ ਹਰੀ ਕੇਰਾ, ਮਨ ਜਿਨੀ ਵਸਾਇਆ। ਹੈ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ, ਕਾਰਜ ਸਭ ਸਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉ ਮਨ ਹੋ ਵਿਸਾਰੇ। ਕਹੈ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ, ਘਰ ਤਾਂ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ ਕੀਤਾ ਗੁਰੂ ਵਿਟਹੁ। ਜਿਸ ਦੀਆਂ ਇਹ ਵਡਿਆਈਆਂ, ਕਹੈ ਨਾਨਕ ਸੁਣੋ ਸੰਤੋ। ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ, ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਘਰ ਤਹਾਰੀਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਉ, ਸੇ ਨਾਮ ਹਰਿ ਕੈ ਲਾਗੇ। ਕਹੈ ਨਾਨਕ ਤਹਿ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਆਨੰਦ ਸੁਣਹੁ ਵਡ ਭਾਗੀ ਹੋ, ਸਗਲ ਮਨੋਰਥ ਪੂਰੇ।
ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਸੁਣਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਦ ਤੂਰੇ। ਤੂੰ ਠਾਕੁਰ ਤੁਮ ਪਹਿ ਅਰਦਾਸ,
ਵਾਹਿਗੁਰੂ ਜੀ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਣ ਆਏ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਡੰਡੌਤ ਬੰਦਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਨ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਡੋਲਨ ਤੇ ਰੱਖੋ ਪ੍ਰਭੂ, ਨਾਨਕ ਦੇ ਕਰ ਹੱਥ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਬਸੰਤ ਸਵਰਗ ਲੋਕਹ, ਜਿਤ ਤੇ ਪ੍ਰਿਥਵੀ ਨਵ ਖੰਡਨਹ। ਬਿਸਰੰਤ ਹਰ ਗੋਪਾਲਹ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣਹ। ਬਸੰਤ ਸਵਰਗ ਲੋਕਹ, ਜਿਤ ਤੇ ਪ੍ਰਿਥਵੀ ਨਵ ਖੰਡਨਹ। ਬਿਸਰੰਤ ਹਰ ਗੋਪਾਲਹ, ਨਾਨਕ ਤੇ ਪ੍ਰਾਣੀ ਉਦਿਆਨ ਭਰਮਣਹ। ਕੌਤਕ ਕੋਡ ਤਮਾਸਿਆ, ਚਿਤ ਨਾਵ ਸੋ ਨਾਓ। ਨਾਨਕ ਕੋੜੀ ਨਰਕ ਬਰਾਬਰੇ, ਉਜੜ ਸੋਈ ਥਾਓ। ਪੌੜੀ ਮਹਾ ਭਿਆਨ ਉਦਿਆਨ, ਨਗਰ ਕਰ ਮਾਨਿਆ। ਝੂਠ ਸਮਗਰੀ ਪੇਖ, ਸੱਚ ਕਰ ਜਾਣਿਆ। ਕਾਮ ਕ੍ਰੋਧ ਅਹੰਕਾਰ, ਫਿਰਹਿ ਦੇਵਾਨਿਆ। ਸਿਰ ਲੱਗਾ ਜਮ ਡੰਡ, ਤਾ ਪਛਤਾਨਿਆ। ਬਿਨ ਪੂਰੇ ਗੁਰਦੇਵ, ਫਿਰੈ ਸੈਤਾਨਿਆ। ਸਿਰ ਲੱਗਾ ਜਮ ਡੰਡ, ਤਾ ਪਛਤਾਨਿਆ। ਬਿਨ ਪੂਰੇ ਗੁਰਦੇਵ, ਫਿਰੈ ਸੈਤਾਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਸਤਿਨਾਮ
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ दंडौत बंदन अनक बार
सर्ब कला समरथ डोलनते राखो प्रभु प्रभु डोलनते राखो प्रभु नानक दे कर हाथ नानक दे कर हाथ जैसा बालक भाई सुभाई लख अपराध कमावे कर उपदेश टिड़के बहु पाती बहुड़ पिता गर लावे पिछले गुण बख्श लए प्रभ आगे मार्ग पावे मार्ग पावे गुर जैसा नहीं को देव जिस मस्तक भाग जिस मस्तक भाग सो लागा सेव आनंद गुण निधान गुरु गरीब निवाज गरीब निवाज गरीब निवाज भूले मार्ग जिन है बताया 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 ऐसा गुर बड़ भागी पाया ऐसा गुर बड़ भागी पाया भूले मार्ग जिन है बताया भूले मार्ग जिन है बताया
सिमर मना राम नाम चितारे, सिमर मना राम नाम चितारे, सिमर मना राम नाम चितारे, बस रहे हृदय गुर चरण प्यारे। बस रहे हृदय गुर चरण प्यारे, बस रहे हृदय गुर चरण प्यारे। फूले मार्ग जिन्हें बताया, फूले मार्ग जिन्हें बताया, फूले मार्ग जिन्हें